अस्सलाम वालेकुम जी, सब ਦਾ ਵਾਮ ਵੈਲਕਮ ਮੇਰੇ ਚੈਨਲ ਤੇ। ਕਮੈਂਟ ਵਿੱਚ ਬਹੁਤ ਲੋਕਾਂ ਨੇ ਸਵਾਲ ਪੁੱਛਿਆ ਸੀ ਕਿ ਸਪੇਨ ਦੇ ਵਿੱਚ ਮਕਾਨ ਕਿਸ ਤਰ੍ਹਾਂ ਪਾਸ ਕਰਾਇਆ ਜਾਂਦਾ ਹੈ। ਉਸ ਉੱਤੇ ਥੋੜੀ ਡਿਟੇਲ ਵੀਡੀਓ ਬਣਾ ਦਿਓ ਹੈ। ਨਾਰਮਲੀ ਸਪੇਨ ਦੇ ਵਿੱਚ ਤਿੰਨ ਲੋਕ ਹੁੰਦੇ ਨੇ, ਤਿੰਨ ਕਿਸਮਾਂ ਦੀ ਕੈਟਾਗਰੀਜ਼ ਹੁੰਦੀਆਂ ਨੇ ਜਿਨ੍ਹਾਂ ਵਾਸਤੇ ਲਾਜ਼ਮੀ ਹੈ ਕਿ ਉਹਨਾਂ ਨੇ ਮਕਾਨ ਲਾਜ਼ਮੀ ਪਾਸ ਕਰਵਾਉਣਾ ਹੁੰਦਾ। ਪਹਿਲੇ ਲੋਕ ਤੇ ਉਹ ਕਿ ਜਿਹੜੇ ਲੋਕ ਇੱਥੇ ਸਪੇਨ ਵਿੱਚ ਇਲੀਗਲ ਆਉਂਦੇ ਨੇ ਔਰ 3 ਸਾਲਾਂ ਬਾਅਦ ਸਪੇਨ ਦੇ ਪੇਪਰ ਲੈਣ ਦੇ ਖਾਹਿਸ਼ਮੰਦ ਹੁੰਦੇ ਨੇ। ਜਦੋਂ 3 ਸਾਲ ਉਹਨਾਂ ਨੂੰ ਪੂਰੇ ਹੋ ਜਾਂਦੇ ਨੇ ਤੇ ਉਹਨਾਂ ਵੀ ਇਹ ਮਕਾਨ ਪਾਸ ਕਰਵਾਉਣਾ ਹੁੰਦਾ ਹੈ। ਦੂਸਰੇ ਨੰਬਰ ਤੇ ਜਿਨ੍ਹਾਂ ਲੋਕਾਂ ਨੇ ਸਪੇਨ ਤੋਂ ਫੈਮਿਲੀ ਮੰਗਵਾਉਣੀ ਹੈ, ਜਿਸ ਤਰ੍ਹਾਂ ਹਸਬੈਂਡ ਇੱਥੇ ਜਾਂ ਵਾਈਫ ਇੱਥੇ ਵੇ ਔਰ ਉਸਨੇ ਆਪਣਾ ਹਸਬੈਂਡ ਜਾਂ ਵਾਈਫ ਜਾਂ ਬੱਚੇ ਪਾਕਿਸਤਾਨ ਤੋਂ ਮੰਗਾਣੇ ਨੇ, ਤੇ ਉਹਨਾਂ ਨੇ ਵੀ ਪਹਿਲੇ ਇੱਥੇ ਆਪਣਾ ਮਕਾਨ ਪਾਸ ਕਰਵਾਉਣਾ ਹੈ। ਉਸ ਤੋਂ ਬਾਅਦ ਇੱਥੇ ਮਜਿਸਟਰੀ 'ਚ ਪੇਪਰ ਜਮ੍ਹਾਂ ਕਰਾਉਣੇ ਨੇ। ਉਸ ਤੋਂ ਬਾਅਦ ਉਹਨਾਂ ਦੇ ਪੇਪਰ ਨਿਕਲਣਗੇ ਤੇ ਫਿਰ ਉਹਨਾਂ ਨੇ ਪਾਕਿਸਤਾਨ ਅੰਬੈਸੀ ਜਮ੍ਹਾਂ ਕਰਾਣੇ ਨੇ। ਤੀਸਰੇ ਨੰਬਰ ਤੇ ਉਹ ਲੋਕ ਨੇ ਜਿਨ੍ਹਾਂ ਦੀ ਫੈਮਿਲੀ ਪਾਕਿਸਤਾਨ ਨੂੰ ਉਹਨਾਂ ਨੇ ਇੱਥੇ ਮੰਗਾ ਲਈਏ ਔਰ ਉਹਨਾਂ ਕੋਲੇ ਟੈਂਪਰੇਰੀ ਕਾਰਡ ਜ਼ਾਹਿਰ ਬਾਤ ਹੈ, ਜਦੋਂ ਉਹਨਾਂ ਨੂੰ ਆਉਂਦੇ ਨੇ ਤੇ ਮਿਲਦੇ ਨੇ, ਜਦੋਂ ਰਿਨਿਊ ਕਰਾਣੇ ਹੁੰਦੇ ਨੇ ਤੇ ਫਿਰ ਵੀ ਮਕਾਨ ਪਾਸ ਕਰਵਾਉਣਾ ਹੁੰਦਾ। ਅਸੀਂ ਹਰ ਇੱਕ ਚੀਜ਼ ਨੂੰ ਡਿਟੇਲ ਦੇਖਾਂਗੇ, ਫਿਰ ਵੇਖਦੇ ਹਾਂ ਕਿ ਕਿਹੜੀ ਕਿਹੜੀ ਚੀਜ਼ ਕੀ ਜ਼ਰੂਰਤ ਹੁੰਦੀ ਹੈ। ਜਿਹੜੇ ਪਹਿਲੇ ਨੰਬਰ ਦੇ ਜਿਨ੍ਹਾਂ ਨੇ ਅਰਾਈਗੋ ਦੇ ਜਾਂ 3 ਸਾਲ ਦੀ ਬੇਸ ਤੇ ਪੇਪਰ ਲੈਣੇ ਹੁੰਦੇ ਨੇ, ਉਹਨਾਂ ਵਾਸਤੇ ਪੂਰਾ ਮਕਾਨ ਜ਼ਰੂਰੀ ਨਹੀਂ ਹੁੰਦਾ। ਉਹਨਾਂ ਵਾਸਤੇ ਇਤਨੇ ਜ਼ਰੂਰੀ ਹੁੰਦਾ ਕਿ ਉਹ ਜਿਹੜੇ ਕਮਰੇ 'ਚ ਰਹਿ ਰਹੇ ਨੇ ਉਸ ਨੂੰ ਕਮਰੇ ਨੂੰ ਪਾਸ ਕਰਾਉਣਾ ਹੁੰਦਾ ਔਰ ਬਸ ਯੂਨਟਾਮੈਂਟੋ 'ਚ ਜਾ ਕੇ ਉਹਨਾਂ ਨੇ ਐਪਲੀਕੇਸ਼ਨ ਫਾਈਲ ਕਰਨੀ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ ਆ ਕੇ ਚੈੱਕ ਕਰਨਗੇ ਕਿਹੜੇ ਕਮਰੇ 'ਚ ਰਹਿ ਰਿਹਾ, ਇਸ ਕਮਰੇ 'ਚ ਇੱਕ ਬੰਦਾ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਪਾਣੀ ਹੈ ਵੇ, ਬਿਜਲੀ ਹੈ, ਗੈਸ ਹੈ ਵੇ, 1.5 ਸਾਲ ਔਰ ਮਕਾਨ ਪਾਸ ਹੋ ਜਾਂਦਾ। ਠੀਕ ਹੈ, ਉਹ ਬਾਅਦ ਵਿੱਚ ਉਹਨੂੰ ਇਨਫੋਰਮੇ ਦੇ ਦਿੰਦੇ ਨੇ। ਉਹ ਲੈ ਕੇ ਇਨਫੋਰਮੇ ਐਕਸਟਰਾ ਹੀਰੇ ਜਮ੍ਹਾਂ ਕਰਾਉਂਦਾ ਔਰ ਰਾਈਕੋ ਦੇ ਪੇਪਰ ਅਪਲਾਈ ਕਰ ਸਕਦਾ ਜਿਹੜੇ 3 ਸਾਲਾਂ ਬੁਨਿਆਦ ਤੇ ਮਿਲਦੇ ਨੇ ਹੈ। ਉਸ ਤੋਂ ਬਾਅਦ ਜਿਹੜੇ ਲੋਕ ਪਾਕਿਸਤਾਨ ਤੋਂ ਫੈਮਿਲੀ ਮੰਗਾਉਂਦੇ ਨੇ ਉਹਨਾਂ ਨੇ ਵੀ ਇਨਫੋਰਮੇ ਅਪਲਾਈ ਕਰਨੇ ਹੁੰਦੇ ਨੇ ਔਰ ਜਿਨ੍ਹਾਂ ਨੇ ਪੇਪਰ ਰਿਨਿਊ ਕਰਵਾਉਣੇ ਹੁੰਦੇ ਨੇ ਉਹਨਾਂ ਵਾਸਤੇ ਵੀ ਸੇਮ ਤਰੀਕਾ ਹੁੰਦਾ ਕਿ ਮਕਾਨ ਉਹਨਾਂ ਦਾ ਮਕਾਨ ਉਹਨਾਂ ਦੇ ਨਾਂ ਹੋਵੇ ਔਰ ਜਿਤਨੇ ਫੈਮਿਲੀ ਪਰਸਨਸ ਹੈ ਨੇ, ਜਿਤਨੇ ਲੋਕ ਰਹਿੰਦੇ ਨੇ ਉਸ ਦੇ ਮੁਤਾਬਕ ਉਹਨਾਂ ਦੇ ਕਮਰੇ ਹੋਣ। ਮਿਸਾਲ ਦੇ ਤੌਰ ਤੇ ਇੱਕ ਮੀਆਂ ਬੀਵੀ ਨੇ ਤੇ ਇੱਕ ਹਾਲ ਤੇ ਇੱਕ ਕਮਰਾ ਕਾਫੀ ਹੁੰਦਾ ਹੈ। ਅਗਰ ਇੱਕ ਉਹਨਾਂ ਦਾ ਬੱਚਾ ਹੈ ਤੇ ਫਿਰ 2 ਕਮਰੇ ਤੇ ਇੱਕ ਹਾਲ ਕਾਫੀ ਹੈ। ਅਗਰ 2 ਬੱਚੇ ਨੇ ਤੇ ਫਿਰ ਵੀ 2 ਕਮਰੇ ਤੇ ਇੱਕ ਹਾਲ ਕਾਫੀ ਹੈ। ਅਗਰ ਬੱਚੇ 3 ਹੋ ਜਾਂਦੇ ਨੇ ਤੇ ਫਿਰ 3 ਕਮਰੇ, ਠੀਕ ਹੈ ਜੀ। ਔਰ ਅਗਰ ਬੱਚੇ 4 ਹੁੰਦੇ ਤੇ ਫਿਰ ਵੀ 3 ਕਮਰੇ ਇੱਕ ਹਾਲ ਕਾਫੀ ਹੁੰਦਾ, ਠੀਕ ਹੈ ਜੀ। ਕਿਉਂਕਿ ਇਹਨਾਂ ਨੇ ਬੈੱਡ ਟਾਈਪ ਦੇਖਣਾ ਹੁੰਦਾ ਕਿ ਕਮਰੇ 'ਚ ਅਗਰ 2 ਸਿੰਗਲ ਬੈੱਡ ਆਉਂਦੇ ਨੇ, ਠੀਕ ਹੈ ਜੀ, ਤੇ ਉਹਦੇ 'ਚ 2 ਬੰਦੇ ਹੀ ਸੋ ਸਕਦੇ ਨੇ। ਠੀਕ ਹੋ ਗਿਆ ਜੀ। ਇਹ ਤੇ ਮੇਨ ਰਿਕੁਆਇਰਮੈਂਟ। ਬਾਕੀ ਇਹਨਾਂ ਹੁੰਦਾ ਹੈ ਕਿ ਮਕਾਨ ਦੀ ਕੰਡੀਸ਼ਨ ਠੀਕ ਹੋਵੇ, ਉਹ ਨਾਰਮਲੀ ਠੀਕ ਹੀ ਹੁੰਦੀ ਹੈ। ਗੈਸ ਹੋਵੇ ਜਾਂ ਸਿਲੰਡਰ ਹੋਵੇ, ਉਹਦੇ ਵਿੱਚ ਕਿਚਨ ਦੀ ਸਹੂਲਤ ਮੌਜੂਦ ਹੋਵੇ, ਪਾਣੀ ਹੋਵੇ ਔਰ ਬਿਜਲੀ ਹੋਵੇ। ਇਹ ਮੇਨ ਰਿਕੁਆਇਰਮੈਂਟ ਹੁੰਦੀਆਂ ਨੇ। ਔਰ ਜਦੋਂ ਫੈਮਿਲੀ ਕਿਸੇ ਬੰਦੇ ਨੇ ਅਪਲਾਈ ਕਰਨੀ ਹੁੰਦੀ ਹੈ, ਇਹ ਫੈਮਿਲੀ ਅਪਲਾਈ ਕਰਨ ਤੋਂ ਪਹਿਲੇ ਮਕਾਨ ਪਾਸ ਕਰਾਉਣਾ ਹੁੰਦਾ ਹੈ। ਉਹਦੇ ਵਾਸਤੇ ਮਕਾਨ ਦਾ ਕੰਟਰੈਕਟ ਬੰਦੇ ਦਾ ਨਾਂ ਹੋਣਾ ਚਾਹੀਦਾ ਔਰ ਉਸ ਨੂੰ ਅਯੁੰਤਾਮੈਂਟੋ ਵਿੱਚ ਜਾ ਕੇ ਐਪਲੀਕੇਸ਼ਨ ਫਾਈਲ ਕਰਨੀ ਪੈਂਦੀ ਹੈ ਕਿ ਮੈਂ ਆਪਣੀ ਫੈਮਿਲੀ ਮੰਗਾਉਣਾ ਚਾਹੁੰਦਾ ਜਾਂ ਤਾਂ ਮੇਰਾ ਮਕਾਨ ਪਾਸ ਕਰੋ ਹੈ। ਠੀਕ ਹੈ ਜੀ। ਨਾਰਮਲੀ ਤੌਰ 'ਤੇ ਡਿਪੈਂਡ ਕਰਦਾ ਅਯੁੰਤਾਮੈਂਟੋ 'ਤੇ। ਕੋਈ ਤੇ ਉਹਦੇ ਕੰਟਰੈਕਟ ਦੀ ਫੋਟੋ ਕਾਪੀ ਰੱਖ ਲੈਂਦੇ ਨੇ 1.5 ਸਾਲ, ਕੁਝ ਕਹਿੰਦੇ ਨੇ ਕਿ ਨਹੀਂ ਸਾਨੂੰ ਪ੍ਰੂਵ ਕਰੋ ਕਿ ਤੂੰ ਹੀ ਉੱਥੇ ਰਹਿਣਾ ਪਿਆ। ਉਹਦੇ ਵਿੱਚੋਂ 1 2 3 ਸੈਲ ਜਿਹੜਾ ਉਹਨੇ ਕਿਰਾਇਆ ਪੇ ਕੀਤਾ ਹੁੰਦਾ ਉਸ ਦੀ ਕਾਪੀਸ ਲੈਂਦੇ ਨੇ, ਪਲੱਸ ਕੁਝ ਜਿਹੜੇ ਨੇ ਉਹਦੇ ਬਿਜਲੀ ਦੇ ਬਿੱਲ ਦੱਸਦੀ ਜਾਂ ਗੈਸ ਦੇ ਬਿੱਲ ਦੱਸਦੀ ਵੀ ਕਾਪੀ ਲੈਂਦੇ ਨੇ ਹੈ। ਐਪਲੀਕੇਸ਼ਨ ਜਦੋਂ ਤੁਸੀਂ ਫਾਈਲ ਕਰੋਗੇ ਤਾਂ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ, ਹਫਤੇ 10 ਦਿਨ ਬਾਅਦ ਉਹ ਚੈਕਿੰਗ ਕਰਨਾ ਹੁੰਦਾ। ਡਿਪੈਂਡ ਕਰਦਾ ਕਿਹੜੇ ਜ਼ੋਨ 'ਤੇ ਤੁਸੀਂ ਰਹਿੰਦੇ ਪਏ ਹੋ, ਕਿਸ ਇਲਾਕੇ 'ਚ ਤੁਸੀਂ ਰਹਿੰਦੇ ਪਏ ਹੋ। ਔਰ ਮਕਾਨ ਚੈੱਕ ਕਰਕੇ ਮਕਾਨ 'ਚ ਆ ਕੇ ਬਕਾਇਦਾ ਮੀਟਰ ਚੈੱਕ ਕਰਦੇ ਨੇ, ਬਕਾਇਦਾ ਹਰ ਚੀਜ਼ ਨੂੰ ਸਾਈਜ਼ ਵਾਈਜ਼ ਉਹਨੂੰ ਚੈੱਕ ਕਰਕੇ ਨੋਟ ਕਰਕੇ ਫਿਰ ਦੇਖਦੇ ਨੇ ਕਿ ਇਹ ਵਾਕਈ ਇੰਨੇ ਬੰਦਿਆਂ ਵਾਸਤੇ ਇਹ ਮਕਾਨ ਰਹਿਣ ਵਾਲਾ ਹੈ ਕਿ ਨਹੀਂ ਹੈ। ਉਸ ਤੋਂ ਬਾਅਦ ਉਹ ਤੁਸੀਂ ਜਦੋਂ ਸਬਮਿਟ ਕਰਦਾ ਤੁਸੀਂ ਇਸ ਦੀ ਥੋੜੀ ਫੀਸ ਵੀ ਦੇਣੀ ਹੁੰਦੀ ਹੈ। ਔਰ ਉਸ ਤੋਂ ਬਾਅਦ ਕਤਾਲੋਨੀਆ 'ਚ ਨਾਰਮਲ 30 ਡੇਜ਼ ਟਾਈਮ ਹੈ, ਵਰਕਿੰਗ ਡੇਜ਼ ਟਾਈਮ ਹੁੰਦਾ ਸੀ। ਹਫਤਾ ਐਤਵਾਰ ਕੱਢ ਦੋ ਵਿੱਚੋਂ ਹੈ ਤੇ ਉਹ ਨਾਰਮਲ ਇੱਥੇ ਤੁਹਾਨੂੰ ਮੈਸੇਜ ਆ ਜਾਂਦਾ ਕਿ ਫਲਾਣ ਦਫ਼ਤਰ ਜਾ ਕੇ ਤੁਸੀਂ ਇਨਫੋਰਮੇ ਕਲੈਕਟ ਕਰ ਲਓ ਜਾਂ ਜਨਰਲੀ ਤਾਰ ਦੇ ਪੇਜ 'ਤੇ ਆ ਤੁਹਾਡਾ ਪਾਸਵਰਡ ਹੈ, ਇਸ ਦੇ ਮੁਤਾਬਕ ਜਾ ਕੇ ਤੁਸੀਂ ਉਸ ਨੂੰ ਡਾਊਨਲੋਡ ਕਰ ਲਓ। ਠੀਕ ਹੈ ਜੀ। ਔਰ ਬਾਅਦ ਦਫਾ ਰਸ਼ ਦੀ ਵਜ੍ਹਾ ਤੋਂ ਥੋੜਾ ਜਿਹਾ ਲੇਟ ਵੀ ਹੋ ਜਾਂਦਾ, 1.5 2 ਮਹੀਨੇ ਵੀ ਲੱਗ ਜਾਂਦੇ ਨੇ। ਇਸ ਵਾਸਤੇ ਜ਼ਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਵੀ ਤੁਸੀਂ ਇਨਫੋਰਮੇ ਜਾਂ ਮਕਾਨ ਦਾ ਪਾਸਵਰਡ ਤੁਹਾਨੂੰ ਪੇਪਰ ਮਿਲ ਜਾਂਦਾ ਤੇ ਫਿਰ ਤੁਸੀਂ ਜਾ ਕੇ ਮਿਨਿਸਟਰੀ 'ਚ ਲੈ ਕੇ ਜਾਣਾ ਹੁੰਦਾ ਔਰ ਬਾਕੀ ਮੁਤਲਕਾ ਜਿਹੜੇ ਡਾਕੂਮੈਂਟਸ ਤੁਹਾਡੀ ਫੈਮਿਲੀ ਮਕਾਨ ਵਾਲੇ ਹੁੰਦੇ ਨੇ ਉਹ ਨਾਲ ਲਾਣੇ ਹੁੰਦੇ ਤੇ ਫਿਰ ਤੁਸੀਂ ਫੈਮਿਲੀ ਅਪਲਾਈ ਕਰ ਸਕਦੇ ਹੋ ਹੈ। ਤੀਸਰੇ ਨੰਬਰ 'ਤੇ ਜਦੋਂ ਤੁਹਾਡੀ ਫੈਮਿਲੀ ਇੱਥੇ ਆ ਜਾਂਦੀ ਹੈ ਤੇ ਮਿਸਾਲ ਦੇ ਤੌਰ ਤੇ ਉਹਨਾਂ ਨੂੰ ਆ ਕੇ 2 2 ਸਾਲ ਦਾ ਜਾਂ 3 3 ਸਾਲ ਦਾ ਜਿੰਨਾ ਤੁਹਾਡੇ ਹਸਬੈਂਡ ਦਾ ਕਾਰਡ ਸੀ ਜਾਂ ਵਾਈਫ ਦਾ ਕਾਰਡ ਸੀ ਉਸ ਨਾਲ ਮਿਲ ਜਾਂਦਾ ਔਰ ਉਸ ਤੋਂ ਬਾਅਦ
ਰਿਨਿਊ ਦੇ ਟਾਈਮ ਤੇ ਅਗਰ ਤੁਸੀਂ ਸੇਮ ਮਕਾਨ 'ਚ ਰਹਿ ਰਹੇ ਹੋ ਤਾਂ ਫਿਰ ਕੋਈ ਨਹੀਂ, ਫਿਰ ਇਨਫੋਰਮ ਦੁਬਾਰਾ ਅਪਲਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ, ਫਿਰ ਉਹ ਸੇਮ ਹੀ ਚੱਲ ਜਾਂਦੇ ਨੇ। ਲੇਕਿਨ ਅਗਰ ਤੁਸੀਂ ਮਕਾਨ ਬਦਲ ਲਿਆ ਹੈ, ਮਕਾਨ ਮਿਸਾਲ ਤੌਰ 'ਤੇ ਇੱਕ ਮਕਾਨ ਦੇ ਨਾਲ ਇਨਫੋਰਮ ਅਪਲਾਈ ਕੀਤੇ ਨੇ, ਬਾਅਦ 'ਚ ਮਕਾਨ ਛੱਡ ਤੇ ਫੈਮਿਲੀ ਆਈ ਉਹ ਨਵੇਂ ਮਕਾਨ 'ਤੇ ਆ ਗਈ, ਕੋਈ ਇਸ਼ੂ ਨਹੀਂ ਹੈ। ਉਹ ਆਈ ਉਦੋਂ ਬੰਦੇ ਕੋਲ ਨਵਾਂ ਮਕਾਨ ਸੀ ਉੱਥੇ ਆ ਕੇ ਰਹਿਣਾ ਸ਼ੁਰੂ ਕਰਤਾ, ਤੇ ਫਿਰ ਜਦੋਂ ਤੁਸੀਂ ਰਿਨਿਊ ਵਿੱਚ ਜਾਓਗੇ ਤੇ ਫਿਰ ਤੁਹਾਨੂੰ ਉਹ ਇਨਫੋਰਮ ਦੁਬਾਰਾ ਅਪਲਾਈ ਕਰਨੇ ਪੈਣਗੇ, ਸੇਮ ਪ੍ਰੋਸੈਸ ਵਿੱਚ ਜਾਣਾ ਪਵੇਗਾ। ਬਾਕੀ ਇਹ ਟਾਪਿਕ ਬਹੁਤ ਲੰਬੇ ਹੁੰਦੇ ਨੇ, ਨਾਰਮਲੀ ਜਨਰਲੀ ਡਿਸਕਸ਼ਨ ਕਰਨੀ ਹੁੰਦੀ ਤਾਂ ਕਿ ਮੇਨ ਟਾਪਿਕ ਸਮਝ ਆ ਜਾਏ ਔਰ ਮੇਨ ਚੀਜ਼ ਦੀ ਸਮਝ ਆ ਜਾਏ ਕਿ ਇਹ ਕੀ ਚੀਜ਼ ਹੈ। ਬਾਕੀ ਜਿੱਥੇ ਵੀ ਰਹੋ ਜੀਂਦੇ ਵਸਤੇ ਰਹੋ, ਆਬਾਦ ਰਹੋ, ਖੁਦਾ ਸਾਹਿਬ ਦਾ ਹਾਮੀ ਨਾਸਰ ਹੋਵੇ। ਟੇਕ ਕੇਅਰ, ਅੱਲਾ ਹਾਫਿਜ਼।